ਦੋਸਤੋ ਸਵਾਗਤ ਹੈ ਸਾਰਾਂਸ਼ ਦੇ ਇਸ ਵੀਡੀਓ ਲੌਗ ਵਿੱਚ। ਹਾਲ ਹੀ ਵਿੱਚ ਭਾਰਤ ਵਿੱਚ G20 ਸਿਖਰ ਸੰਮੇਲਨ ਦੀ ਚਕਾਚੌਂਧ 'ਚ ਇਸ ਦੀ ਸਾਈਡਲਾਈਨ ਤੇ ਭਾਰਤ, ਕੁਝ ਖਾੜੀ ਮੁਲਕਾਂ, ਯੂਰਪੀਅਨ ਯੂਨੀਅਨ ਅਤੇ ਕੁਝ ਹੋਰ ਮੁਲਕਾਂ ਦਰਮਿਆਨ ਇੱਕ ਸਮਝੌਤੇ ਤੇ ਦਸਤਖਤ ਕੀਤੇ ਗਏ। ਸਰਕਾਰੀ ਕਾਗਜ਼ਾਂ ਵਿੱਚ ਇਸ ਨੂੰ ਭਾਰਤ, ਮਿਡਲ ਈਸਟ, ਯੂਰਪ ਕੋਰੀਡੋਰ ਦਾ ਨਾਂ ਦਿੱਤਾ ਜਾ ਰਿਹਾ ਹੈ ਤੇ ਕੁਝ ਹਲਕਿਆਂ ਵਿੱਚ ਇਸ ਨੂੰ ਇੱਕ ਐਸੇ ਸਮਝੌਤੇ ਵਜੋਂ ਦੇਖਿਆ ਜਾ ਰਿਹਾ ਹੈ ਜਿਸ ਵਿੱਚ ਦੁਨੀਆ ਦੀ ਜੀਓਸਟ੍ਰੈਟਜਿਕ ਲੈਂਡਸਕੇਪ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਸੰਭਾਵਨਾ ਮੌਜੂਦ ਹੈ। ਅੱਜ ਦੇ ਸਾਰਾਂਸ਼ 'ਚ ਅਸੀਂ ਇਸ ਪ੍ਰੋਜੈਕਟ ਬਾਰੇ ਗੱਲ ਕਰਾਂਗੇ ਕਿ ਇਸ ਨਵੇਂ ਪ੍ਰੋਜੈਕਟ ਦੇ ਹੋਂਦ ਵਿੱਚ ਆਉਣ ਦੇ ਬੁਨਿਆਦੀ ਕਾਰਨ ਕੀ ਹਨ, ਇਸ ਦੀਆਂ ਸੰਭਾਵਨਾਵਾਂ ਕੀ ਹਨ, ਇਹ ਕਿਸ ਤਰ੍ਹਾਂ ਕੰਮ ਕਰੇਗਾ ਅਤੇ ਭਵਿੱਖ ਵਿੱਚ ਇਸ ਨੂੰ ਕਿਹੜੀਆਂ-ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਹਿਲਾਂ ਗੱਲ ਕਰੀਏ ਕਿ ਇਸ ਪ੍ਰੋਜੈਕਟ ਦੇ ਹੋਂਦ ਵਿੱਚ ਆਉਣ ਦੇ ਕਾਰਨ ਕੀ ਹਨ। ਇਸ ਦਾ ਪਹਿਲਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਦੁਨੀਆ ਇੱਕ ਨਵੇਂ ਧਰੁਵੀਕਰਨ ਵੱਲ ਵਧ ਰਹੀ ਹੈ, ਜਿਸ ਵਿੱਚ ਅਮਰੀਕਾ ਇੱਕ ਸੁਪਰ ਪਾਵਰ ਹੈ ਤੇ ਚੀਨ ਇੱਕ ਉੱਭਰਦੀ ਹੋਈ ਸੁਪਰ ਪਾਵਰ, ਤੇ ਇਹਦੇ ਨਾਲ ਹੀ ਕੁਝ ਸਾਈਡ ਪਲੇਅਰ ਹਨ ਜੋ ਦੋਵਾਂ ਧਿਰਾਂ ਦੀ ਲੜਾਈ ਵਿੱਚ ਆਪਣੀ ਵਿੱਤ ਅਨੁਸਾਰ ਭੂਮਿਕਾ ਨਿਭਾਉਂਦੇ ਹਨ। ਇੱਕ ਪਾਸੇ ਉਹ ਦੇਸ਼ ਹਨ ਜੋ ਵਿਕਸਿਤ ਹਨ, ਪਰ ਉਹਨਾਂ ਦੀ ਆਰਥਿਕ ਤਰੱਕੀ ਦੇ ਬੁਨਿਆਦੀ ਸੁਭਾਅ ਕਾਰਨ ਉਹਨਾਂ ਨੂੰ ਇੱਕ ਅਜਿਹੇ ਦੇਸ਼ ਦੇ ਸਮਰਥਨ ਦੀ ਜ਼ਰੂਰਤ ਹੈ ਜੋ ਆਪਣੀ ਸਸਤੀ ਲੇਬਰ ਦੁਆਰਾ ਦੁਨੀਆ ਲਈ ਇੱਕ ਫੈਕਟਰੀ ਜਾਂ ਮੈਨੂਫੈਕਚਰਿੰਗ ਹਾਊਸ ਦੀ ਭੂਮਿਕਾ ਨਿਭਾ ਸਕੇ, ਅਤੇ ਭਾਰਤ ਚੀਨ ਦੇ ਬਦਲ ਵਜੋਂ ਇਸ ਸੱਚੇ ਵਿੱਚ ਪੂਰੀ ਤਰ੍ਹਾਂ ਫਿੱਟ ਹੁੰਦਾ ਹੈ। ਇਸ ਪ੍ਰੋਜੈਕਟ ਦੇ ਹੋਂਦ 'ਚ ਆਉਣ ਦਾ ਦੂਜਾ ਵੱਡਾ ਕਾਰਨ ਕਰੋਨਾ ਮਹਾਮਾਰੀ ਸੀ, ਜੋ ਕਿ ਵਿਸ਼ਵ ਭਰ ਲਈ ਇੱਕ ਵੇਕਅਪ ਕਾਲ ਸੀ ਕਿ ਇਹ ਮੈਨੂਫੈਕਚਰਿੰਗ ਦੀ ਸਾਰੀ ਜ਼ਿੰਮੇਵਾਰੀ ਕਿਸੇ ਇੱਕ ਦੇਸ਼ ਨੂੰ ਆਊਟਸੋਰਸ ਨਹੀਂ ਕਰ ਸਕਦਾ, ਖਾਸ ਤੌਰ ਤੇ ਜਦੋਂ ਉਹ ਦੇਸ਼ ਇੱਕ ਤਾਨਾਸ਼ਾਹ ਵੀ ਹੈ। ਵਿਕਸਿਤ ਦੇਸ਼ਾਂ ਲਈ ਇਸ ਤੱਥ ਨੂੰ ਹਜ਼ਮ ਕਰਨਾ ਬਹੁਤ ਮੁਸ਼ਕਲ ਸੀ ਕਿ ਇੱਕ ਦੇਸ਼ ਇੱਕ ਮਹਾਮਾਰੀ ਦਾ ਸੋਮਾ ਵੀ ਹੈ ਤੇ ਉਸ ਬਿਮਾਰੀ ਨਾਲ ਲੜਨ ਲਈ ਸਾਰੇ ਉਪਕਰਨ ਤੇ ਸਮੱਗਰੀ ਨੂੰ ਵੀ ਕੰਟਰੋਲ ਕਰ ਰਿਹਾ ਹੈ। ਇਹ ਨਵਾਂ ਕੋਰੀਡੋਰ ਉਸ ਸਕ੍ਰਿਪਟ ਨੂੰ ਬਦਲਣ ਦੀ ਦਿਸ਼ਾ ਵੱਲ ਇੱਕ ਯਤਨ ਵੀ ਹੈ। ਤੀਸਰਾ ਵੱਡਾ ਕਾਰਨ ਯੂਰਪ ਨਾਲ ਵਪਾਰ ਕਰਨ ਲਈ ਏਸ਼ੀਆ ਦਾ ਸਭ ਤੋਂ ਪ੍ਰਚਲਿਤ ਰਸਤਾ ਸੁਏਜ਼ ਨਹਿਰ ਹੈ। ਇਸ ਦੀਆਂ ਆਪਣੀਆਂ ਸੀਮਾਵਾਂ ਵੀ ਹਨ। ਅਸੀਂ ਬੀਤੇ ਵਿੱਚ ਦੇਖਿਆ ਹੈ ਕਿ ਸਿਰਫ ਇੱਕ ਟੈਂਕਰ ਦੇ ਕਾਰਨ ਹੀ ਸੁਏਜ਼ ਨਹਿਰ ਰਾਹੀਂ ਦੁਨੀਆ ਨੂੰ ਪੂਰੀ ਦੀ ਪੂਰੀ ਸਪਲਾਈ ਲੜੀ ਉਸ ਰਸਤੇ ਰਾਹੀਂ ਬੰਦ ਹੋ ਗਈ ਸੀ। ਇਸ ਰਸਤੇ ਉੱਤੇ ਆਪਣੀ ਨਿਰਭਰਤਾ ਘਟਾਉਣ ਲਈ ਇਸ ਤੋਂ ਪਹਿਲਾਂ ਵੀ ਭਾਰਤ ਨੇ ਇੰਟਰਨੈਸ਼ਨਲ ਨਾਰਥ ਸਾਊਥ ਟ੍ਰਾਂਜ਼ਿਟ ਕੋਰੀਡੋਰ ਦੀ ਕਲਪਨਾ ਕੀਤੀ ਸੀ, ਜੋ ਕਿ ਈਰਾਨ ਦੀ ਚਾਬਹਾਰ ਬੰਦਰਗਾਹ ਤੋਂ ਸ਼ੁਰੂ ਹੋ ਕੇ ਆਜ਼ਰਬਾਈਜਾਨ ਦੇ ਰਸਤੇ ਸੈਂਟਰਲ ਏਸ਼ੀਆ ਦੇ ਦੇਸ਼ਾਂ ਰਾਹੀਂ ਹੁੰਦਾ ਹੋਇਆ ਰੂਸ ਤੱਕ ਜਾਵੇਗਾ ਤੇ ਉਸ ਤੋਂ ਅੱਗੇ ਯੂਰਪ ਤੱਕ ਪਹੁੰਚੇਗਾ। ਇਹ ਪ੍ਰੋਜੈਕਟ ਕੋਈ 7200 ਕਿਲੋਮੀਟਰ ਲੰਬਾ ਸੀ, ਪਰ ਕੁਝ ਤਕਨੀਕੀ ਕਾਰਨਾਂ ਕਰਕੇ, ਕੁਝ ਆਰਥਿਕ ਕਾਰਨਾਂ ਕਰਕੇ ਤੇ ਕੁਝ ਸਿਆਸੀ ਕਾਰਨਾਂ ਕਰਕੇ ਪਿਛਲੇ 20 ਸਾਲਾਂ ਤੋਂ ਲਟਕਿਆ ਹੋਇਆ ਹੈ ਤੇ ਮੌਜੂਦਾ ਭਾਰਤ ਖਾੜੀ ਦੇਸ਼ ਅਤੇ ਯੂਰਪ ਕੋਰੀਡੋਰ ਇਸ ਦੇ ਇੱਕ ਬਦਲ ਦੇ ਰੂਪ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਚੌਥਾ ਕਾਰਨ ਮੌਜੂਦਾ ਰੂਸ ਯੂਕਰੇਨ ਯੁੱਧ ਦੀ ਤਾਜ਼ਾ ਘਟਨਾ ਹੈ, ਜਿਸ ਨੇ ਸੁਏਜ਼ ਨਹਿਰ ਦੇ ਬਦਲ ਵਜੋਂ ਇਸ ਨਾਰਥ ਸਾਊਥ ਟ੍ਰਾਂਜ਼ਿਟ ਕੋਰੀਡੋਰ ਦੀ ਉਪਯੋਗਤਾ ਨੂੰ ਘਟਾ ਦਿੱਤਾ ਹੈ। ਰੂਸ ਯੂਕਰੇਨ ਯੁੱਧ ਤੋਂ ਬਾਅਦ ਯੂਰਪ ਦੀ ਊਰਜਾ ਸੁਰੱਖਿਆ ਜਾਂ એનર્ਜੀ ਸਿਕਿਉਰਿਟੀ ਨੂੰ ਲੈ ਕੇ ਸਵਾਲ ਉੱਠੇ ਹਨ ਤੇ ਇਸ ਵਿੱਚ ਯੂਰਪ ਦਾ ਨਿਸ਼ਾਨਾ ਹੈ ਕਿ ਉਹ ਆਪਣੀ એનર્ਜੀ ਸਿਕਿਉਰਿਟੀ ਲਈ ਆਪਣੀਆਂ ਲੋੜਾਂ ਨੂੰ ਡਾਇਵਰਸੀਫਾਈ ਕਰੇ। ਊਰਜਾ ਸੁਰੱਖਿਆ ਦੀ ਇਸ ਕਸ਼ਮਕਸ਼ ਵਿੱਚ ਰੂਸ ਤੋਂ ਗੈਸ ਅਤੇ ਪੈਟਰੋਲ ਦੇ ਬਦਲ ਵਜੋਂ ਖਾੜੀ ਮੁਲਕ ਇੱਕ ਹੋਰ ਸੋਮੇ ਵਜੋਂ ਸ਼ਾਮਿਲ ਹੁੰਦੇ ਹਨ, ਜੋ ਕਿ ਯੂਰਪ ਦੀ એનર્ਜੀ ਸਿਕਿਉਰਿਟੀ ਦੀ ਲੜਾਈ ਵਿੱਚ ਇੱਕ ਮਹੱਤਵਪੂਰਨ ਕੜੀ ਸਾਬਤ ਹੋ ਸਕਦੇ ਹਨ। ਪੰਜਵਾਂ ਵੱਡਾ ਕਾਰਨ ਚੀਨ ਦੀ ਬੈਲਟ ਐਂਡ ਰੋਡ ਪਹਿਲਕਦਮੀ ਸੀ, ਜਿਸ ਵਿੱਚ ਚੀਨ ਨੇ ਆਪਣੀ ਮੈਨੂਫੈਕਚਰਿੰਗ ਸਮਰੱਥਾਵਾਂ ਦੀ ਵੰਡ ਪ੍ਰਣਾਲੀ ਨੂੰ ਸੁਖਾਲਾ ਬਣਾਉਣ ਲਈ ਸ਼ੁਰੂ ਕੀਤਾ ਸੀ, ਪਰ ਇਸ ਨੂੰ ਕਈ ਦੇਸ਼ਾਂ ਵਿੱਚ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ, ਕਿਉਂਕਿ ਇਹ ਕਈ ਮੁਲਕਾਂ ਲਈ ਕਰਜ਼ੇ ਦਾ ਜਾਲ ਵੀ ਸਾਬਤ ਹੋਇਆ ਹੈ। ਸ੍ਰੀਲੰਕਾ ਅਤੇ ਪਾਕਿਸਤਾਨ ਸਾਡੇ ਗੁਆਂਢ ਵਿੱਚ ਇਸ ਦੀ ਇੱਕ ਤਾਜ਼ਾ ਤਰੀਨ ਉਦਾਹਰਣ ਹਨ। ਹੁਣ ਜਦੋਂ ਦੁਨੀਆ ਦੋ ਧਰੁਆਂ ਵਿੱਚ ਵੰਡੀ ਹੋਈ ਹੈ ਤਾਂ ਕੀ ਇੱਕ ਧਿਰ ਕਿਸੇ ਵੀ ਮਾਮਲੇ ਵਿੱਚ ਦੂਜੀ ਧਿਰ ਲਈ ਮੈਦਾਨ ਛੱਡ ਸਕਦੀ ਹੈ? ਸੋ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਇਸ ਪ੍ਰੋਜੈਕਟ ਨੂੰ ਹੋਂਦ ਵਿੱਚ ਲਿਆਂਦਾ ਜਾ ਰਿਹਾ ਹੈ। ਇੱਕ ਹੋਰ ਵੱਡਾ ਕਾਰਨ ਭਾਰਤ ਦੀਆਂ ਇੱਕ ਵਿਕਸਿਤ ਦੇਸ਼ ਬਣਨ ਦੀਆਂ ਖਾਹਿਸ਼ਾਂ ਨਾਲ ਜੁੜਿਆ ਹੋਇਆ ਹੈ, ਜਿੱਥੇ ਇਹ ਆਪਣੇ ਆਪ ਨੂੰ ਚੀਨ ਦੇ ਬਦਲ ਵਜੋਂ ਵਿਸ਼ਵ ਦੇ ਸਾਹਮਣੇ ਇੱਕ ਮੈਨੂਫੈਕਚਰਿੰਗ ਹਾਊਸ ਵਜੋਂ ਪੇਸ਼ ਕਰਨਾ ਚਾਹੁੰਦਾ ਹੈ। ਭਾਰਤ ਦਾ ਆਜ਼ਾਦਾਨਾ ਡਿਪਲੋਮੈਟਿਕ ਪੈਂਤੜਾ ਵੀ ਹੈ, ਜਿੱਥੇ ਉਹ ਪੱਛਮੀ ਦੇਸ਼ਾਂ ਨਾਲ ਆਪਣੇ ਸਬੰਧਾਂ ਨੂੰ ਪ੍ਰਭਾਵਿਤ ਕੀਤੇ ਬਿਨਾਂ ਰੂਸ ਤੇ ਈਰਾਨ ਨਾਲ ਆਪਣਾ ਵਪਾਰ ਜਾਰੀ ਰੱਖ ਸਕਦਾ ਹੈ। ਇੱਕ ਪਾਸੇ ਉਹ ਈਰਾਨ ਦੀ ਚਾਬਹਾਰ ਬੰਦਰਗਾਹ ਤੋਂ ਸ਼ੁਰੂ ਹੁੰਦੇ ਨਾਰਥ ਸਾਊਥ ਟ੍ਰਾਂਜ਼ਿਟ ਕੋਰੀਡੋਰ ਰਾਹੀਂ ਮੱਧ ਏਸ਼ੀਆ ਤੇ ਰੂਸ ਵਿੱਚ ਆਪਣੇ ਬਾਜ਼ਾਰ ਦੀਆਂ ਸੰਭਾਵਨਾਵਾਂ ਟਟੋਲ ਸਕਦਾ ਹੈ। ਦੂਸਰੇ ਬੰਨੇ ਭਾਰਤ ਇਸ ਨਵੇਂ ਕੋਰੀਡੋਰ ਦੇ ਰਾਹੀਂ ਇਹ ਯਕੀਨੀ ਬਣਾ ਰਿਹਾ ਹੈ ਕਿ ਯੂਰਪ ਨਾਲ ਉਸ ਦਾ ਵਪਾਰ ਰੂਸ ਯੂਕਰੇਨ ਵਰਗੀ ਕਿਸੇ ਘਟਨਾ ਦਾ ਮੁਹਤਾਜ ਨਾ ਬਣ ਕੇ ਰਹਿ ਜਾਵੇ। ਹੁਣ ਗੱਲ ਕਰਦੇ ਹਾਂ ਕਿ ਇਸ ਪ੍ਰੋਜੈਕਟ ਦਾ ਉਦੇਸ਼ ਕੀ ਹੈ ਤੇ ਇਹ ਪ੍ਰੋਜੈਕਟ ਕਿਵੇਂ ਕੰਮ ਕਰੇਗਾ। ਇਸ ਪ੍ਰੋਜੈਕਟ ਦੇ ਮੈਮੋਰੰਡਮ ਆਫ ਅੰਡਰਸਟੈਂਡਿੰਗ ਦੇ ਮੁਤਾਬਕ ਇਸ ਪ੍ਰੋਜੈਕਟ ਦਾ ਮੂਲ ਉਦੇਸ਼ ਏਸ਼ੀਆ ਅਤੇ ਯੂਰਪ ਦੇ ਵਪਾਰਕ ਕੇਂਦਰਾਂ ਨੂੰ ਆਪਸ ਵਿੱਚ ਜੋੜਨਾ ਹੈ। ਇਸ ਤੋਂ ਇਲਾਵਾ ਇਸ ਦੇ
ਹੋਰ ਦੇਸ਼ਾਂ ਵਿੱਚ ਮੌਜੂਦਾ ਵਪਾਰਕ ਰੇਸ਼ਮ ਰਾਹਾਂ ਜਾਂ ਸਿਲਕ ਰੋਡਸ ਨੂੰ ਮਜ਼ਬੂਤ ਕਰਨਾ, ਸਪਲਾਈ ਚੇਨ ਨੂੰ ਨਿਰਵਿਘਨ ਬਣਾਉਣਾ ਅਤੇ ਉਤਪਾਦਾਂ ਦੇ ਬੰਦ ਤੋਂ ਲੈ ਕੇ ਵਿਤਰਨ ਤੱਕ ਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨਾ ਹੈ। ਅਤੇ ਇਹ ਕੋਰੀਡੋਰ ਜਿਨ੍ਹਾਂ ਖੇਤਰਾਂ ਤੇ ਫੋਕਸ ਕਰੇਗਾ ਉਹਨਾਂ ਵਿੱਚ ਫੂਡ ਸਿਕਿਉਰਿਟੀ, ਊਰਜਾ ਸੁਰੱਖਿਆ ਮਤਲਬ એનર્ਜੀ ਸਿਕਿਉਰਿਟੀ, ਇੰਟਰਨੈਟ, ਦੂਰਸੰਚਾਰ ਅਤੇ ਬਿਜਲੀ ਸ਼ਾਮਲ ਹੋਣਗੇ। ਇਸ ਪ੍ਰੋਜੈਕਟ ਦਾ ਇੱਕ ਉਦੇਸ਼ ਮੌਜੂਦਾ ਵਪਾਰਕ ਮਾਰਗਾਂ ਮਸਲਨ ਸਵੇਜ਼ ਨਹਿਰ ਤੇ ਨਿਰਭਰਤਾ ਅਤੇ ਉਹਨਾਂ ਦੀ ਇਜਾਰੇਦਾਰੀ ਤੋਂ ਮੁਕਤੀ ਅਤੇ ਮੌਜੂਦਾ ਸਮੇਂ ਅਤੇ ਲਾਗਤ ਨੂੰ 40% ਤੱਕ ਘਟਾਉਣਾ ਹੈ। ਇਹ ਪ੍ਰੋਜੈਕਟ ਕਿਵੇਂ ਕੰਮ ਕਰੇਗਾ? ਇਸ ਪ੍ਰੋਜੈਕਟ ਦੇ 2 ਪੜਾਅ ਹੋਣਗੇ। ਪਹਿਲਾ ਹਿੱਸਾ ਜੋ ਭਾਰਤ ਨੂੰ ਸਮੁੰਦਰ ਰਾਹੀਂ ਅਰਬ ਸਾਗਰ ਦੀਆਂ ਬੰਦਰਗਾਹਾਂ ਨਾਲ ਜੋੜੇਗਾ ਤੇ ਦੂਜਾ ਹਿੱਸਾ ਰੇਲ ਅਤੇ ਸਮੁੰਦਰ ਰਾਹੀਂ ਖਾੜੀ ਦੇਸ਼ਾਂ ਨੂੰ ਯੂਰਪ ਦੇ ਵਪਾਰਕ ਕੇਂਦਰਾਂ ਨਾਲ ਜੋੜੇਗਾ। ਇਹ ਪ੍ਰੋਜੈਕਟ ਭਾਰਤ ਦੇ ਪੱਛਮੀ ਤੱਟ ਤੋਂ ਸ਼ੁਰੂ ਹੋਵੇਗਾ, ਜਿਸ ਵਿੱਚ ਮੁੰਬਈ ਦੀ ਜਵਾਹਰ ਲਾਲ ਨਹਿਰੂ ਬੰਦਰਗਾਹ JNPT ਅਤੇ ਗੁਜਰਾਤ ਦੀ ਮੁੰਦਰਾ ਬੰਦਰਗਾਹ, ਜੋ ਕਿ ਖਾੜੀ ਮੁਲਕਾਂ ਨਾਲ ਫਾਸਲਾ ਹੋਰ ਵੀ ਘੱਟ ਕਰ ਦਿੰਦੀ ਹੈ, ਅਹਿਮ ਭੂਮਿਕਾ ਨਿਭਾਵੇਗੀ, ਜਿੱਥੋਂ ਵਪਾਰਕ ਸਾਜੋ ਸਮਾਨ ਨੂੰ ਖਾੜੀ ਵਿੱਚ ਜਬੇਲ ਅਲੀ ਬੰਦਰਗਾਹ ਤੱਕ ਪਹੁੰਚਾਇਆ ਜਾਵੇਗਾ। ਜਬੇਲ ਅਲੀ ਬੰਦਰਗਾਹ ਨੂੰ ਖਾੜੀ ਮੁਲਕਾਂ ਦੇ ਪੱਛਮੀ ਸਿਰੇ ਤੇ ਮੈਡੀਟਰੇਨੀਅਨ ਸਾਗਰ 'ਚ ਇਜ਼ਰਾਈਲ ਦੀ ਹਾਈਫਾ ਬੰਦਰਗਾਹ ਨਾਲ ਇੱਕ ਰੇਲ ਲਾਈਨ ਰਾਹੀਂ ਜੋੜਿਆ ਜਾਵੇਗਾ, ਜੋ ਕਿ UAE, ਸਾਊਦੀ ਅਰੇਬੀਆ, ਜਾਰਡਨ ਅਤੇ ਇਜ਼ਰਾਈਲ ਵਿੱਚੋਂ ਲੰਘੇਗੀ ਤੇ ਇਸ ਬੰਦਰਗਾਹ ਤੋਂ ਅੱਗੇ ਯੂਰਪ ਤੱਕ ਦਾ 700 ਕਿਲੋਮੀਟਰ ਦੇ ਲਾਗੇ ਬੰਨੇ ਦਾ ਫਾਸਲਾ ਗ੍ਰੀਸ ਦੀ ਪੁਰੈਸ ਬੰਦਰਗਾਹ ਨਾਲ ਜੋੜਿਆ ਜਾਵੇਗਾ, ਜੋ ਕਿ ਯੂਰਪ ਦੀ ਸਭ ਤੋਂ ਵੱਡੀ ਯਾਤਰੀ ਬੰਦਰਗਾਹ ਹੈ ਤੇ ਇੱਥੋਂ ਸਾਰਾ ਸਮਾਨ ਯੂਰਪ ਦੇ ਵੱਡੇ ਵਪਾਰਕ ਕੇਂਦਰਾਂ ਤੱਕ ਆਸਾਨੀ ਨਾਲ ਪਹੁੰਚਾਇਆ ਜਾ ਸਕੇਗਾ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਮੁੰਦਰਾ ਪੋਰਟ ਅਤੇ ਹਾਈਫਾ ਬੰਦਰਗਾਹ ਦਾ ਪ੍ਰਬੰਧ ਕੌਣ ਕਰ ਰਿਹਾ ਹੈ। ਦੋਹਾਂ ਬੰਦਰਗਾਹਾਂ ਵਿੱਚ ਇੱਕ ਚੀਜ਼ ਸਾਂਝੀ ਹੈ ਕਿ ਇਹਨਾਂ ਦੋਹਾਂ ਬੰਦਰਗਾਹਾਂ ਵਿੱਚ ਅਡਾਨੀ ਗਰੁੱਪ ਦੀ ਇੱਕ ਵੱਡੀ ਹਿੱਸੇਦਾਰੀ ਹੈ। ਜੇਕਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਹ ਪ੍ਰੋਜੈਕਟ ਸਿਰਫ ਤੇ ਸਿਰਫ ਚੀਨ ਦੇ BRI ਪ੍ਰੋਜੈਕਟ ਦੇ ਰਿਐਕਸ਼ਨ ਵਜੋਂ ਹੋਣ 'ਚ ਆਇਆ ਹੈ, ਤਾਂ ਇਹ ਵੀ ਜ਼ਿਕਰਯੋਗ ਹੈ ਕਿ ਇਸ ਪ੍ਰੋਜੈਕਟ ਦੇ 70% ਹਿੱਸੇ ਤੇ ਕੰਮ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ ਅਤੇ ਭਾਰਤ ਵਿੱਚ ਚੱਲ ਰਹੇ ਹਾਈਵੇਜ਼ ਦਾ ਨਿਰਮਾਣ ਜਿਸ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਉਸ ਵਿੱਚ ਸਮੁੱਚੇ ਭਾਰਤ ਦੀ ਪੱਛਮੀ ਤੱਟ ਦੇ ਕਿਸੇ ਵੀ ਹਿੱਸੇ ਨਾਲ ਕਨੈਕਟੀਵਿਟੀ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇਸੇ ਪ੍ਰਸੰਗ ਵਿੱਚ ਇਹ ਗੱਲ ਵੀ ਕਰਨੀ ਬਣਦੀ ਹੈ ਕਿ ਇਹ ਸਾਰਾ ਕੁਝ ਭਾਰਤ ਦੇ ਕੁਝ ਹੋਰ ਵਪਾਰਕ ਮਨਸੂਬਿਆਂ ਵਿੱਚ ਕਿਸ ਤਰ੍ਹਾਂ ਫਿੱਟ ਬੈਠਦਾ ਹੈ। ਪਿਛਲੇ 6-7 ਸਾਲਾਂ ਤੋਂ ਭਾਰਤ ਦੇ ਖਾੜੀ ਮੁਲਕਾਂ ਨਾਲ ਸੰਬੰਧ ਮੁਸਲਿਮ ਉਮਾ ਦੇ ਚੌਗਿਰਦੇ ਵਿੱਚੋਂ ਬਾਹਰ ਇੱਕ ਵੱਖਰੀ ਧਰਾਤਲ ਤੇ ਆ ਕੇ ਮੌਲੇ ਹਨ, ਜਿਸ ਦਾ ਧੁਰਾ ਵਪਾਰ ਹੈ। ਇਸ ਵਿੱਚ ਖਾੜੀ ਮੁਲਕਾਂ ਨਾਲ ਭਾਰਤ ਦੀ ਚੱਲ ਰਹੀ ਆਰਥਿਕ ਭਾਈਵਾਲੀ ਨੇ ਵੀ ਇੱਕ ਅਹਿਮ ਯੋਗਦਾਨ ਪਾਇਆ ਹੈ। ਇਹਨਾਂ ਵਿੱਚੋਂ ਕੁਝ ਲੰਮੇ ਸਮੇਂ ਦੇ ਸਮਝੌਤਿਆਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ। ਪਹਿਲਾ ਭਾਰਤ ਅਤੇ UAE ਦਾ ਸਟ੍ਰੈਟੇਜਿਕ ਭਾਈਵਾਲੀ ਅਧੀਨ ਫੂਡ ਸਿਕਿਉਰਿਟੀ ਦਾ ਸਮਝੌਤਾ, ਜਿਸ ਤੇ 2017 ਤੋਂ ਕੰਮ ਚੱਲ ਰਿਹਾ ਹੈ। ਦੂਸਰਾ ਪੈਟਰੋਕੈਮੀਕਲ ਨਿਰਮਾਣ, ਜਿਸ ਵਿੱਚ UAE ਜੋ ਕਿ ਪੈਟਰੋਲ ਦਾ ਸਭ ਤੋਂ ਵੱਡਾ ਉਤਪਾਦਕ ਹੈ ਨਾਲ ਭਾਰਤ ਦੀ ਹਾਈਡਰੋਕਾਰਬਨ ਵੈਲਿਊ ਚੇਨ ਨੂੰ ਇੰਟੀਗ੍ਰੇਟ ਜਾਂ ਗੁੰਦਣਾ ਸ਼ਾਮਲ ਹੈ। ਤੇ ਤੀਸਰਾ ਗ੍ਰੀਨ એનર્ਜੀ ਅਤੇ ਇਨੋਵੇਟਿੰਗ ਵੈਲਿਊ ਚੇਨ, ਜਿਸ ਵਿੱਚ ਭਾਰਤ ਦਾ ਫੋਕਸ ਅਰਬ ਅਮੀਰਾਤ, ਸਾਊਦੀ ਅਰੇਬੀਆ, ਇਜ਼ਰਾਈਲ ਅਤੇ ਗ੍ਰੀਸ ਦੇ ਨਾਲ ਹੈ। ਇਹਨਾਂ ਸਾਰੇ ਪ੍ਰੋਜੈਕਟਾਂ ਤੇ ਪਿਛਲੇ 6-7 ਸਾਲਾਂ ਤੋਂ ਕੰਮ ਚੱਲ ਰਿਹਾ ਹੈ, ਜਿਸ ਵਿੱਚ 3 ਦੇਸ਼ਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਦੇ ਨਾਲ ਹੀ ਸਾਊਦੀ ਅਰਬ 'ਚ ਹੋ ਰਹੀਆਂ ਤਬਦੀਲੀਆਂ, ਜਿਸ 'ਚ ਔਰਤਾਂ ਨੂੰ ਵੱਧ ਅਧਿਕਾਰ ਅਤੇ ਸਥਾਨਕ ਲੋਕਾਂ ਨੂੰ ਮੁਫਤ ਵਾਲੇ ਢਾਂਚੇ ਤੋਂ ਲਾ ਕੇ ਉਹਨਾਂ ਨੂੰ ਵਰਕਫੋਰਸ ਵਿੱਚ ਹਿੱਸੇਦਾਰ ਬਣਾਉਣਾ ਸ਼ਾਮਲ ਹੈ। ਇਸ ਦੇ ਨਾਲ ਵੀ ਭਾਰਤ ਅਤੇ ਅਰਬ ਮੁਲਕਾਂ ਦੀ ਸਾਂਝੇਦਾਰੀ ਹੋਰ ਵਧੇਗੀ। ਇੱਕ ਆਖਰੀ ਸਵਾਲ ਕਿ ਕੀ ਇਹ ਪ੍ਰੋਜੈਕਟ ਇੰਨਾ ਹੀ ਆਸਾਨ ਹੈ ਤੇ ਇਸ ਪ੍ਰੋਜੈਕਟ ਵਿੱਚ ਆਉਣ ਵਾਲੀਆਂ ਦਿੱਕਤਾਂ ਕੀ ਹੋਣਗੀਆਂ? ਜਿਵੇਂ ਕਿ ਅਕਸਰ ਕਿਹਾ ਜਾਂਦਾ ਹੈ ਕਿ ਡੈਵਿਲ ਲਾਈਜ਼ ਇਨ ਦੀ ਡਿਟੇਲ। ਕਾਗਜ਼ ਤੇ ਲਿਖੇ ਸਮਝੌਤੇ ਤਾਂ ਸਭ ਵਧੀਆ ਲੱਗਦੇ ਹਨ, ਪਰ ਕੀ ਇਸ ਨੂੰ ਹੋਂਦ ਵਿੱਚ ਲਿਆਉਣਾ ਇੰਨਾ ਆਸਾਨ ਹੋਵੇਗਾ? ਕੀ ਇਸ ਪ੍ਰੋਜੈਕਟ ਦਾ ਹਸ਼ਰ ਚੀਨ ਦੀ ਬੈਲਟ ਐਂਡ ਰੋਡ ਇਨੀਸ਼ੀਏਟਿਵ ਵਾਲੇ ਪ੍ਰੋਜੈਕਟ ਵਰਗਾ ਤਾਂ ਨਹੀਂ ਹੋਵੇਗਾ? ਸਭ ਤੋਂ ਪਹਿਲਾਂ ਤਾਂ ਇਹ ਗੱਲ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਇਹ ਪ੍ਰੋਜੈਕਟ ਚੀਨ ਦੇ BRI ਜਾਂ ਬੈਲਟ ਐਂਡ ਰੋਡ ਇਨੀਸ਼ੀਏਟਿਵ ਪ੍ਰੋਜੈਕਟ ਤੋਂ ਕੋਈ 1 ਦਹਾਕਾ ਪਿੱਛੇ ਹੈ। ਇਸ ਪ੍ਰੋਜੈਕਟ ਨੂੰ ਫੰਡ ਦੇਣ ਵਿੱਚ ਲਗਭਗ ਉਹੋ ਜਿਹੀਆਂ ਹੀ ਮੁਸ਼ਕਲਾਂ ਆਉਣਗੀਆਂ ਜਿਨ੍ਹਾਂ ਨਾਲ ਚੀਨ ਪਹਿਲਾਂ ਤੋਂ ਹੀ ਜੂਝ ਰਿਹਾ ਹੈ। ਜੇ ਚੀਨ, ਜਿਸ ਕੋਲ ਟ੍ਰੇਡ ਸਰਪਲਸ ਦਾ ਬੇਇੰਤਹਾ ਪੈਸਾ ਹੈ, ਉਸ ਨੂੰ ਦਿੱਕਤਾਂ ਆਈਆਂ ਹਨ, ਤਾਂ ਇਹ ਦਿੱਕਤਾਂ ਭਾਰਤ, ਮਿਡਲ ਈਸਟ, ਯੂਰਪ ਕਾਰੀਡੋਰ 'ਚ ਸ਼ਾਮਲ ਮੁਲਕਾਂ ਨੂੰ ਵੀ ਆਉਣਗੀਆਂ। ਇਹ ਗੱਲ ਜ਼ਿਕਰਯੋਗ ਹੈ ਕਿ ਹੁਣ ਤੱਕ ਸਿਰਫ ਸਾਊਦੀ ਅਰਬ ਹੀ ਉਹਨਾਂ ਦੇਸ਼ਾਂ ਵਿੱਚ ਸ਼ਾਮਲ ਹੈ ਜਿਸ ਨੇ ਇਸ ਪ੍ਰੋਜੈਕਟ ਨੂੰ ਪੈਸੇ ਦੇਣ ਵਿੱਚ ਦਿਲਚਸਪੀ ਦਿਖਾਈ ਹੈ। ਇੱਕ ਹੋਰ ਦਿੱਕਤ ਕਿ ਇਸ ਪ੍ਰੋਜੈਕਟ ਵਿੱਚ ਇਟਲੀ, UAE, ਸਾਊਦੀ ਅਰੇਬੀਆ ਵਰਗੇ ਦੇਸ਼ ਵੀ ਸ਼ਾਮਲ ਹਨ, ਜੋ ਚੀਨ ਦੇ BRI ਪ੍ਰੋਜੈਕਟ ਦਾ ਪਹਿਲਾਂ ਹੀ ਹਿੱਸਾ ਹਨ। ਇਸ ਪ੍ਰੋਜੈਕਟ ਵਿੱਚ ਕੁਝ ਅਜਿਹੇ ਦੇਸ਼ ਵੀ ਸ਼ਾਮਲ ਹਨ ਜੋ ਰਵਾਇਤੀ ਤੌਰ ਤੇ ਇੱਕ ਦੂਸਰੇ ਦੇ ਦੁਸ਼ਮਣ ਰਹੇ ਹਨ, ਜਿਵੇਂ ਸਾਊਦੀ ਅਰੇਬੀਆ ਤੇ ਇਜ਼ਰਾਈਲ। ਇਹ ਸਾਰੇ ਅੱਜ ਇੱਕ ਸਫ਼ੇ ਤੇ ਜਾਪਦੇ ਹਨ, ਪਰ ਤੇਜ਼ੀ ਨਾਲ ਬਦਲਦੇ ਗਲੋਬਲ ਮਾਹੌਲ ਵਿੱਚ ਕੀ ਉਹ ਹਮੇਸ਼ਾ ਹੀ ਇੱਕ ਸਫ਼ੇ ਤੇ ਰਹਿਣਗੇ? ਕੀ ਗਰੰਟੀ ਹੈ ਕਿ ਭਵਿੱਖ ਵਿੱਚ ਇਹਨਾਂ ਦੇਸ਼ਾਂ ਵਿੱਚ ਰੂਸ ਅਤੇ ਯੂਕਰੇਨ ਵਰਗੀ ਕੋਈ ਦੁਰਘਟਨਾ ਜਾਂ ਜੰਗ ਨਹੀਂ ਹੋਵੇਗੀ? ਇਸ ਤਰ੍ਹਾਂ ਦਾ ਕੋਈ ਵੀ ਅੰਤਰਰਾਸ਼ਟਰੀ ਪ੍ਰੋਜੈਕਟ
ਕਈ ਖਤਰਿਆਂ ਨਾਲ ਭਰਿਆ ਹੁੰਦਾ ਹੈ। ਉਹ ਖਤਰੇ ਇਸ ਪ੍ਰੋਜੈਕਟ ਵਿੱਚ ਵੀ ਹਨ। ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕੂਟਨੀਤੀ ਵਿੱਚ ਹਰ ਦੇਸ਼ ਦੇ ਆਪਣੇ ਹਿੱਤ ਸਭ ਤੋਂ ਉੱਪਰ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਇਸ ਪ੍ਰੋਜੈਕਟ ਦੀ ਸਫਲਤਾ ਦੀ ਜ਼ਿੰਮੇਵਾਰੀ ਸੰਬੰਧਿਤ ਦੇਸ਼ਾਂ ਦੇ ਹਿੱਤਾਂ, ਨੁਕਸਾਨ ਅਤੇ ਫਾਇਦੇ ਤੇ ਨਿਰਭਰ ਕਰਦੀ ਹੈ ਕਿ ਇਸ ਪ੍ਰੋਜੈਕਟ ਵਿੱਚ ਸ਼ਾਮਲ ਦੇਸ਼ ਆਪਣੇ ਨਫੇ, ਨੁਕਸਾਨ ਅਤੇ ਸਟ੍ਰੈਟੇਜਿਕ ਹਿੱਤਾਂ ਵਿੱਚ ਸਮਤੋਲ ਕਿਵੇਂ ਬਿਠਾਉਂਦੇ ਹਨ। ਇਸ ਸਭ ਕਾਸੇ ਦਾ ਸਾਰੰਸ਼ ਕੀ ਹੈ? ਇਸ ਪ੍ਰੋਜੈਕਟ ਦੇ ਹੋਣ ਚਾਹੁਣ ਦੇ ਕਈ ਕਾਰਨ ਹਨ, ਜਿਨ੍ਹਾਂ ਚੋਂ ਕੁਝ ਮੁੱਖ ਕਾਰਨ ਚੀਨ ਦੇ BRI ਪ੍ਰੋਜੈਕਟ ਦਾ ਬਦਲ ਅਤੇ ਏਸ਼ੀਆ ਤੋਂ ਯੂਰਪ ਅਤੇ ਗਾਂ ਅਮਰੀਕਾ ਲਈ ਮੌਜੂਦਾ ਪ੍ਰਚਲਿਤ ਸਵੇਜ-ਨਹਿਰ ਰਾਹ ਦੇ ਬਦਲ ਵਜੋਂ ਇੱਕ ਹੋਰ ਰਾਹ ਨੂੰ ਵਿਕਸਿਤ ਕਰਨਾ ਹੈ। ਇਹ ਪ੍ਰੋਜੈਕਟ ਭਾਰਤ ਅਤੇ ਖਾੜੀ ਦੇਸ਼ਾਂ ਦੇ ਦਰਮਿਆਨ ਪਹਿਲਾਂ ਹੀ ਚੱਲ ਰਹੀ ਆਰਥਿਕ ਸਾਂਝੇਦਾਰੀ ਨੂੰ ਅਗਲੇ ਪੱਧਰ ਤੱਕ ਵੀ ਲੈ ਕੇ ਜਾਂਦਾ ਹੈ। ਭਾਰਤ ਦੇ ਵੱਖ-ਵੱਖ ਹਿੱਸਿਆਂ ਨੂੰ ਹਾਈਵੇਜ਼ ਨਾਲ ਆਪਸ ਵਿੱਚ ਜੋੜਨ ਦਾ ਜੋ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ, ਉਸ ਨੂੰ ਇਸ ਪ੍ਰੋਜੈਕਟ ਦਾ ਇੱਕ ਪੂਰਕ ਹੀ ਮੰਨਿਆ ਜਾਣਾ ਚਾਹੀਦਾ ਹੈ। ਇਸ ਪ੍ਰੋਜੈਕਟ ਦੇ 2 ਪੜਾਅ ਹੋਣਗੇ। ਪਹਿਲਾ ਹਿੱਸਾ ਜੋ ਭਾਰਤ ਨੂੰ ਇਸ ਦੀ ਪੱਛਮੀ ਬੰਦਰਗਾਹ ਰਾਹੀਂ ਸਮੁੰਦਰ ਦੇ ਰਸਤੇ ਅਰਬ ਸਾਗਰ ਦੀਆਂ ਬੰਦਰਗਾਹਾਂ ਨਾਲ ਜੋੜੇਗਾ, ਤੇ ਦੂਜਾ ਹਿੱਸਾ ਰੇਲ ਅਤੇ ਸਮੁੰਦਰ ਰਾਹੀਂ ਖਾੜੀ ਦੇਸ਼ਾਂ ਨੂੰ ਯੂਰਪ ਦੇ ਵਪਾਰਕ ਕੇਂਦਰਾਂ ਨਾਲ ਜੋੜੇਗਾ। ਇਸ ਪ੍ਰੋਜੈਕਟ ਦੇ 70% ਹਿੱਸੇ ਤੇ ਕੰਮ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ। ਸਾਊਦੀ ਅਰਬ ਇਕੱਲਾ ਮੁਲਕ ਹੈ ਜਿਸ ਨੇ ਅਜੇ ਤੱਕ ਇਸ ਪ੍ਰੋਜੈਕਟ ਵਿੱਚ $20 ਬਿਲੀਅਨ ਦੇ ਫੰਡ ਦੇਣ ਦਾ ਵਾਅਦਾ ਕੀਤਾ ਹੈ। ਇਸ ਪ੍ਰੋਜੈਕਟ ਦੇ ਰਾਹ 'ਚ ਉਹੀ ਦਿੱਕਤਾਂ ਆਉਣਗੀਆਂ ਜਿਨ੍ਹਾਂ ਨਾਲ ਚੀਨ ਆਪਣੇ BRI ਪ੍ਰੋਜੈਕਟ 'ਚ ਪਹਿਲਾਂ ਹੀ 2-4 ਹੋ ਰਿਹਾ ਹੈ। ਕੁਝ ਤਕਨੀਕੀ ਕਾਰਨ, ਫੰਡਾਂ ਦੀ ਘਾਟ, ਕੁਝ ਮੁਲਕਾਂ ਦੀ ਆਪਣੀ ਕਸ਼ਮਕਸ਼, ਰਾਸ਼ਟਰੀ ਹਿੱਤਾਂ ਦੇ ਨਫੇ, ਨੁਕਸਾਨ ਤੇ ਸਟ੍ਰੈਟੇਜਿਕ ਹਿੱਤਾਂ 'ਚ ਸਮਤੋਲ ਹੀ ਇਸ ਪ੍ਰੋਜੈਕਟ ਦੀ ਸਫਲਤਾ ਤੇ ਅਸਫਲਤਾ ਨੂੰ ਤੈਅ ਕਰਨਗੇ। ਦੋਸਤੋ, ਸਾਰੰਸ਼ ਦੇ ਇਸ ਐਪੀਸੋਡ ਨੂੰ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਇਸ ਰਿਕੁਐਸਟ ਨਾਲ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ। ਬਹੁਤ-ਬਹੁਤ ਧੰਨਵਾਦ।